ਜੋ ਵੇਖ ਮੁਸ਼ਕਿਲਾਂ ਡਰ ਜਾਂਦੇ, ਜਿਉਂਦੇ ਜੀ ਹੀ ਜੀਵਨ ਹਰ ਜਾਂਦੇ। ਹੁੰਦੇ ਭਰੋਸਿਓਂ ਕਦੇ ਉਡਾਰ ਨਹੀਂ, ਜੋ ਕਮਜ਼ੋਰ ਮਨੋਬਲੋਂ ਹੁੰਦੇ ਨੇ। ਨਾ ਆਪਣਾ ਤੇ ਨਾ ਕਿਸੇ ਹੋਰ ਦਾ, ਕਰ ਸਕਦੇ ਕਦੇ ਉਧਾਰ ਨਹੀਂ। ਸੋਹਣੇ ਆਤਮ ਬਿਨ ਖੁਦ ਦੇ ਆਤਮ ਵਿਸ਼ਵਾਸ ਦੇ ਬਾਝੋਂ, ਹੁੰਦਾ ਜੀਵਨ ਦਾ ਕਦੇ ਸੁਧਾਰ ਨਹੀਂ, ਹੁੰਦਾ ਜੀਵਨ ਦਾ ਕਦੇ ਸੁਧਾਰ ਨਹੀਂ। ਤੂੰ ਸੱਤ ਅਖੰਡ ਜੋਤ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਆਤਮ ਵਿਸ਼ਵਾਸ। ਕਈ ਵਾਰ ਅਸੀਂ ਆਪਣੇ ਆਪ ਨੂੰ ਦੂਸਰਿਆਂ ਦੀ ਤੁਲਨਾ ਮੁਤਾਬਕ ਕਮਜ਼ੋਰ ਤੇ ਨਿਰਬਲ ਮੰਨ ਲੈਂਦੇ ਹਾਂ, ਜਿਸ ਕਾਰਨ ਅਸੀਂ ਆਪਣੇ ਅੰਦਰ ਦੀ ਅਸੀਮ ਤਾਕਤ ਨੂੰ ਅੰਦਰ ਹੀ ਦਬਾ ਛੱਡਦੇ ਹਾਂ, ਉੱਠਣ ਦਾ ਮੌਕਾ ਹੀ ਨਹੀਂ ਦਿੰਦੇ। ਇਸ ਤੱਥ ਦੀ ਪੁਸ਼ਟੀ ਅਸੀਂ ਇੱਕ ਕਹਾਣੀ ਰਾਹੀਂ ਕਰਾਂਗੇ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਦੋ ਰਾਜਾਂ ਦੇ ਵਿਚਕਾਰ ਯੁੱਧ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਚੋਂ ਇੱਕ ਬਹੁਤ ਵੱਡਾ ਰਾਜ ਸੀ ਤੇ ਦੂਸਰਾ ਉਸ ਤੋਂ ਕਈ ਗੁਣਾ ਛੋਟਾ। ਵੱਡੇ ਰਾਜ ਦੀ ਫੌਜ ਛੋਟੇ ਰਾਜ ਦੀ ਫੌਜ ਨਾਲੋਂ ਲਗਭਗ 10 ਗੁਣਾ ਵੱਡੀ ਸੀ, ਜਿਸ ਕਾਰਨ ਛੋਟੇ ਰਾਜ ਦੀ ਫੌਜ ਨੇ ਢੇਰੀ ਢਾਹ ਲਈ ਅਤੇ ਇਹ ਫੈਸਲਾ ਲੈ ਲਿਆ ਕਿ ਆਪਣੀ ਹਾਰ ਮੰਨ ਕੇ ਗੁਆਂਢੀ ਰਾਜ ਦੀਆਂ ਮੰਗਾਂ ਮੰਨ ਲਈਆਂ ਜਾਣ। ਪਰ ਇਸ ਛੋਟੇ ਰਾਜ ਦਾ ਰਾਜਾ ਬਹੁਤ ਬਹਾਦਰ ਸੀ। ਉਹ ਹਾਰ ਨਹੀਂ ਸੀ ਮੰਨਣਾ ਚਾਹੁੰਦਾ ਤੇ ਉਹ ਫੌਜ ਦੀ ਸੱਚਾਈ ਤੋਂ ਵੀ ਵਾਕਿਫ ਸੀ। ਇਸ ਕਰਕੇ ਉਸਨੇ ਫੌਜ ਤੇ ਕੋਈ ਬਹੁਤਾ ਦਬਾਅ ਨਹੀਂ ਪਾਇਆ ਤੇ ਉਹ ਆਪਣੇ ਰਾਜ ਦੇ ਇੱਕ ਪਿੰਡ ਵਿੱਚ ਰਹਿ ਰਹੇ ਭਿਕਸ਼ੂ ਸੰਨਿਆਸੀ ਕੋਲ ਚਲਾ ਗਿਆ, ਜੋ ਕਿ ਰਾਜ ਵਿੱਚ ਬਹੁਤ ਮਸ਼ਹੂਰ ਸੀ ਤੇ ਹਰ ਕੋਈ ਉਹਦਾ ਸਤਿਕਾਰ ਕਰਦਾ ਸੀ। ਰਾਜੇ ਨੇ ਆਪਣੀ ਸਾਰੀ ਵਿਥਿਆ ਉਸ ਭਿਕਸ਼ੂ ਸੰਨਿਆਸੀ ਨੂੰ ਸੁਣਾਈ ਤੇ ਸੰਨਿਆਸੀ ਨੇ ਰਾਜੇ ਦੀ ਸਾਰੀ ਗੱਲ ਸੁਣ ਕੇ ਉਸਨੂੰ ਇੱਕ ਸੁਝਾਅ ਪੇਸ਼ ਕੀਤਾ। ਉਹ ਸੰਨਿਆਸੀ ਭਿਕਸ਼ੂ ਕਹਿਣ ਲੱਗੇ ਕਿ ਤੁਸੀਂ ਮੈਨੂੰ ਆਪਣੀ ਫੌਜ ਦਾ ਕਮਾਂਡਰ ਬਣਾ ਦਿਓ। ਇਹ ਸੁਣ ਕੇ ਰਾਜੇ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਤੁਹਾਨੂੰ ਤੇ ਯੁੱਧ ਦਾ ਕੋਈ ਅਨੁਭਵ ਹੀ ਨਹੀਂ ਹੈ। ਪਰ ਉਸ ਸੰਨਿਆਸੀ ਭਿਕਸ਼ੂ ਤੇ ਰਾਜੇ ਨੂੰ ਬਹੁਤ ਯਕੀਨ ਹੋਣ ਕਾਰਨ ਉਹ ਉਸ ਦੀ ਗੱਲ ਮੰਨ ਗਿਆ। ਜਦੋਂ ਫੌਜ ਦੇ ਸਿਪਾਹੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਬਹੁਤ ਡਰ ਗਏ, ਪਰ ਰਾਜੇ ਦੀ ਗੱਲ ਮੰਨ ਯੁੱਧ ਲਈ ਤਿਆਰ ਹੋ ਗਏ। ਯੁੱਧ ਲਈ ਰਵਾਨਾ ਹੋਣ ਤੋਂ ਪਹਿਲਾਂ ਜਦ ਸੰਨਿਆਸੀ ਭਿਕਸ਼ੂ ਸਾਰੀ ਫੌਜ ਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਆਸ਼ੀਰਵਾਦ ਲੈ ਉਸ ਦੇ ਇਸ਼ਾਰੇ ਨੂੰ ਸਮਝਣਾ ਹੈ। ਫਿਰ ਸੰਨਿਆਸੀ ਭਿਕਸ਼ੂ ਫੌਜ ਦੇ ਸਾਹਮਣੇ ਹੀ ਧਿਆਨ ਤੇ ਬੈਠ ਗਏ ਤੇ ਕੁਝ ਚਿਰ ਬਾਅਦ ਆਪਣੀ ਜੇਬ ਵਿੱਚੋਂ ਸਿੱਕਾ ਕੱਢ ਕੇ ਬਹੁਤ ਉੱਚੀ ਆਵਾਜ਼ ਵਿੱਚ ਬੋਲੇ ਕਿ ਮੈਂ ਇਸ ਸਿੱਕੇ ਨੂੰ ਉੱਪਰ ਸੁੱਟਣ ਲੱਗਾ ਹਾਂ। ਜੇ ਇਹ ਉਲਟਾ ਡਿੱਗਿਆ ਤਾਂ ਇਸ ਦਾ ਮਤਲਬ ਕਿ ਅਸੀਂ ਜੰਗ ਹਾਰ ਜਾਵਾਂਗੇ ਤੇ ਫਿਰ ਅਸੀਂ ਲੜਨ ਨਹੀਂ ਜਾਵਾਂਗੇ, ਤੇ ਜੇ ਇਹ ਸਿੱਧਾ ਡਿੱਗਾ ਤੇ ਫਿਰ ਸਾਡੀ ਜਿੱਤ ਯਕੀਨੀ ਹੈ। ਇਹ ਕਹਿ ਕੇ ਉਸਨੇ ਸਿੱਕਾ ਹਵਾ ਵਿੱਚ ਉਛਾਲਿਆ ਤਾਂ ਸਿੱਕਾ ਜ਼ਮੀਨ ਤੇ ਸਿੱਧਾ ਡਿੱਗ ਪਿਆ ਤੇ ਖੁਸ਼ੀ ਨਾਲ ਭਿਕਸ਼ੂ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਸਾਰੀਆਂ ਚਿੰਤਾਵਾਂ, ਸਾਰੇ ਡਰ ਛੱਡ ਦਿਓ, ਹੁਣ ਸਾਡੀ ਜਿੱਤ ਨਿਸ਼ਚਿਤ ਹੈ, ਸਾਨੂੰ ਕੋਈ ਨਹੀਂ ਹਰਾ ਸਕਦਾ। ਇਹ ਸੰਕੇਤ ਸਾਨੂੰ ਪਰਮਾਤਮਾ ਵੱਲੋਂ ਹੈ। ਭਿਕਸ਼ੂ ਦੇ ਇਦਾਂ ਕਹਿਣ ਨਾਲ ਹਰ ਸਿਪਾਹੀ ਦੇ ਅੰਦਰ ਉਤਸ਼ਾਹ ਭਰ ਗਿਆ ਤੇ ਜਿੱਤ ਦੀ ਪੱਕੀ ਉਮੀਦ ਨਾਲ ਹਰ ਸਿਪਾਹੀ ਪੂਰੀ ਤਨਦੇਹੀ ਨਾਲ ਲੜਿਆ ਤੇ ਛੋਟੇ ਰਾਜ ਨੇ ਭਿਕਸ਼ੂ ਦੀ ਅਗਵਾਈ ਹੇਠ ਉਹ ਲੜਾਈ ਜਿੱਤ ਲਈ। ਜਦੋਂ ਉਹ ਲੜਾਈ ਜਿੱਤ ਕੇ ਵਾਪਸ ਆ ਰਹੇ ਸੀ ਤੇ ਭਿਕਸ਼ੂ ਨੇ ਕਿਹਾ ਕਿ ਹੁਣ ਅਸੀਂ ਸਾਰੇ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਤੇ ਨਾਲ ਹੀ ਤੁਹਾਨੂੰ ਇਹ ਲੜਾਈ ਜਿੱਤਣ ਦਾ ਰਾਜ ਦੱਸਾਂਗਾ। ਭਿਕਸ਼ੂ ਨੇ ਉਹ ਸਿੱਕਾ ਫਿਰ ਆਪਣੀ ਜੇਬ ਵਿੱਚੋਂ ਕੱਢਿਆ ਤੇ ਫੌਜ ਨੂੰ ਕਿਹਾ ਕਿ ਇਸ ਨੂੰ ਧਿਆਨ ਨਾਲ ਦੇਖੋ। ਇਹ ਨਕਲੀ ਸਿੱਕਾ ਸੀ ਜੋ ਕਿ ਦੋਵੇਂ ਪਾਸਿਓਂ ਸਿੱਧਾ ਸੀ ਤੇ ਉਲਟਾ ਡਿੱਗ ਹੀ ਨਹੀਂ ਸਕਦਾ ਸੀ, ਤੇ ਤੁਸੀਂ ਆਪਣੇ ਆਤਮ ਵਿਸ਼ਵਾਸ ਦੇ ਕਾਰਨ ਜਿੱਤੇ ਹੋ, ਕਿਉਂਕਿ ਤੁਹਾਨੂੰ ਯਕੀਨ ਸੀ ਕਿ ਤੁਸੀਂ ਜਿੱਤੋਗੇ। ਜੇਕਰ ਤੁਹਾਨੂੰ ਆਪਣੀ ਜਿੱਤ ਦਾ ਯਕੀਨ ਨਾ ਹੁੰਦਾ ਤਾਂ ਤੁਸੀਂ ਹਾਰ ਵੀ ਸਕਦੇ ਸੀ। ਇਸ ਲਈ ਜਿੱਤ ਦਾ ਸਭ ਤੋਂ ਵੱਡਾ ਕਾਰਨ ਤੁਹਾਡਾ ਪੱਕਾ ਵਿਸ਼ਵਾਸ ਸੀ ਕਿ ਜਿੱਤ ਤੁਹਾਡੀ ਹੀ ਹੋਵੇਗੀ। ਸੋ ਇਸ ਕਹਾਣੀ ਦਾ ਸਰਲ ਭਾਵ ਜੋ ਸਿੱਖਿਆ ਦੇ ਰੂਪ ਵਿੱਚ ਸਾਨੂੰ ਮਿਲ ਰਿਹਾ ਹੈ, ਉਹ ਹੈ ਆਤਮ ਵਿਸ਼ਵਾਸ, ਖੁਦ ਤੇ ਯਕੀਨ। ਆਤਮ ਵਿਸ਼ਵਾਸ ਇੱਕ ਅਜਿਹੀ ਤਾਕਤ ਹੈ ਜਿਸ ਨਾਲ ਅਸੀਂ ਔਖੀ ਤੋਂ ਔਖੀ ਮੰਜ਼ਿਲ ਸਰ ਕਰ ਸਕਦੇ ਹਾਂ, ਹਰ ਜੰਗ ਜਿੱਤ ਸਕਦੇ ਹਾਂ, ਚਾਹੇ ਉਹ ਬਾਹਰੀ ਮੈਦਾਨੀ ਜੰਗ ਹੋਵੇ ਤੇ ਚਾਹੇ ਰੂਹਾਨੀਅਤ ਦੇ ਰਾਹ ਤੇ ਤੁਰਦਿਆਂ ਅੰਦਰੂਨੀ ਮੈਦਾਨ ਵਿੱਚ ਨਿਤਰਨ ਦੀ ਹੋਵੇ। ਤੇ ਅਕਸਰ ਹੀ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਦੇ ਹਾਂ, ਤੇ ਕਰਦੇ ਵੀ ਉਦੋਂ ਹਾਂ ਜਦੋਂ ਅਸੀਂ ਆਪਣਾ ਕੰਪੈਰੀਜ਼ਨ ਯਾਨੀ ਤੁਲਨਾ ਕਿਸੇ ਹੋਰ ਨਾਲ ਕਰਦੇ ਹਾਂ। ਅਗਲੇ ਨੂੰ ਵੱਧ ਤਾਕਤਵਰ ਸਮਝਦੇ ਹੋਏ ਅਸੀਂ ਢੇਰੀ ਢਾਹ ਬੈਠਦੇ ਹਾਂ
ਕਿ ਇਹ ਕੰਮ ਤੇ ਮੈਥੋਂ ਨਹੀਂ ਹੋਣਾ, ਮੈਂ ਉਹਦੇ ਵਰਗਾ ਨਹੀਂ ਹਾਂ, ਉਹ ਵੱਧ ਤਾਕਤਵਰ ਹੈ, ਵੱਧ ਸੂਝਵਾਨ ਹੈ। ਇਹੋ ਜਿਹੇ ਖਿਆਲ ਸਾਨੂੰ ਨਿਰਬਲ ਤੇ ਕਮਜ਼ੋਰ ਬਣਾ ਦਿੰਦੇ ਨੇ। ਪਰ ਅਸੀਂ ਅਸਲ ਸੱਚਾਈ ਤੋਂ ਨਾ ਵਾਕਫ ਹਾਂ ਕਿ ਇੱਥੇ ਕੋਈ ਵੀ ਵੱਧ ਨਹੀਂ ਤੇ ਕੋਈ ਵੀ ਘੱਟ ਨਹੀਂ। ਘਾਟ ਸਿਰਫ ਸੂਝ ਦੀ ਹੈ, ਘਾਟ ਸਿਰਫ ਸੁੱਤੀ ਆਤਮਕ ਸਤਾ ਨੂੰ ਜਗਾਉਣ ਦੀ ਹੈ, ਕਿਉਂਕਿ ਸਰੀਰਕ ਤਾਕਤ ਸਾਡੀ ਸਭ ਦੀ ਵੱਖੋ ਵੱਖ ਹੋ ਸਕਦੀ ਹੈ। ਪਰ ਜੇ ਆਤਮਕ ਪੱਖੋਂ ਦੇਖੀਏ ਤੇ ਸਾਡੀ ਆਤਮਾ ਦਾ ਮੂਲ ਪਿਤਾ ਪਰਮਾਤਮਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਜੀ ਹੈ। ਗੁਰੂ ਗੁਰਬਾਣੀ ਫਰਮਾਨ ਹੈ, ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਤੇ ਆਤਮਕ ਤਲ ਤੋਂ ਸਾਡੇ ਪਿਤਾ ਨੇ ਸਾਡੇ ਨਾਲ ਕੋਈ ਇਹੋ ਜਿਹੀ ਵੰਡ ਨਹੀਂ ਰੱਖੀ ਕਿ ਕਿਸੇ ਵਿੱਚ ਵੱਧ ਆਤਮਕ ਹਿੰਮਤ, ਹੌਸਲਾ, ਜਨੂਨ ਪਾਇਆ ਹੈ ਤੇ ਕਿਸੇ ਵਿੱਚ ਘੱਟ, ਕਿਸੇ ਵਿੱਚ ਬੌਧਿਕ ਸ਼ਮਤਾ ਵੱਧ ਰੱਖੀ ਹੈ ਤੇ ਕਿਸੇ ਵਿੱਚ ਘੱਟ। ਪਿਤਾ ਆਪ ਦੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਵਰਤਾਵ ਨਹੀਂ ਕਰਦਾ। ਉਸਨੇ ਆਤਮਕ ਸਤਾ ਤੋਂ ਸਭ ਇੱਕੋ ਜਿਹੇ ਰੱਖੇ ਨੇ। ਕਮੀ ਸਿਰਫ ਸਾਡੇ ਅੰਦਰ ਹੈ ਕਿ ਅਸੀਂ ਆਪ ਦੀ ਆਤਮਕ ਸਤਾ ਨੂੰ ਉਠਾਉਂਦੇ ਨਹੀਂ ਹਾਂ। ਜਿੰਨੀ ਸਾਡੀ ਆਤਮਕ ਸੂਝ ਦਾ ਲੈਵਲ ਸਾਡੇ ਯਤਨਾਂ ਦੁਆਰਾ ਜਾਗੇਗਾ, ਅਸੀਂ ਉਨੇ ਹੀ ਆਤਮ ਵਿਸ਼ਵਾਸੀ, ਖੁਦ ਤੇ ਯਕੀਨ ਰੱਖਣ ਵਾਲੇ, ਹਰ ਕੰਮ ਨੂੰ ਇਕੱਲੇ ਹੀ ਨਿਪਟਾਉਣ ਵਾਲੇ, ਹਰ ਜਿੱਤ ਹਾਸਲ ਕਰਨ ਵਾਲੇ ਬਲ ਉਦਮ ਦੇ ਧਾਰਨੀ ਹੋ ਸਕਾਂਗੇ। ਤੇ ਇਹੋ ਆਤਮਕ ਬਲ ਉਦਮ ਹੀ ਸਾਡੇ ਸਰੀਰ ਅਤੇ ਮਨ ਨੂੰ ਕਮਾਂਡ ਕਰਕੇ ਸਾਨੂੰ ਹਰ ਖੇਤਰ ਵਿੱਚ ਜਿੱਤ ਪ੍ਰਾਪਤ ਕਰਨ ਦੇ ਕਾਬਲ ਬਣਾ ਸਕਦਾ ਹੈ। ਲੋੜ ਹੈ ਸਾਨੂੰ ਆਪਣੀ ਅੰਤਰ ਆਤਮਾ ਦੀ ਸੁੱਤੀ ਹੋਈ ਸ਼ਕਤੀ ਨੂੰ ਪੋਜ਼ਿਟਿਵਿਟੀ ਨਾਲ ਉਠਾਉਣ ਦੀ। ਜਿਵੇਂ ਇਸ ਕਹਾਣੀ ਵਿਚਲੇ ਭਿਕਸ਼ੂ ਸੰਨਿਆਸੀ ਨੇ ਫੌਜ ਦੇ ਸਿਪਾਹੀਆਂ ਅੰਦਰੋਂ ਪੋਜ਼ਿਟਿਵ ਸ਼ਬਦਾਂ ਨਾਲ ਜਗਾਈ ਤੇ ਉਹ ਜਿੱਤ ਪ੍ਰਾਪਤ ਕਰ ਗਏ। ਸੋ ਇਸ ਕਹਾਣੀ ਤੋਂ ਸਿੱਖਿਆ ਲੈਂਦੇ ਹੋਏ ਇਸ ਦੇ ਸਾਰ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾਈਏ ਤੇ ਆਪਣੇ ਆਪ ਨੂੰ ਕਿਸੇ ਵੀ ਤਲ ਤੇ ਕਿਸੇ ਤੋਂ ਘੱਟ ਨਾ ਸਮਝੀਏ, ਘੱਟ ਨਾ ਜਾਣੀਏ। ਖੁਦ ਤੇ ਯਕੀਨ ਕਰੀਏ ਕਿ ਜੋ ਵੀ ਸਾਰਥਕ ਕੰਮ ਅਸੀਂ ਕਰਨ ਜਾ ਰਹੇ ਹਾਂ ਜਾਂ ਕਰ ਰਹੇ ਹਾਂ, ਉਸ ਵਿੱਚ ਪੋਜ਼ਿਟਿਵਿਟੀ ਨਾਲ ਭਰੇ ਰਹੀਏ, ਕਿਉਂਕਿ ਸਾਡੇ ਅੰਦਰੋਂ ਸਹੀ ਕਰਮ ਕਰਨ ਲਈ ਉੱਠਿਆ ਆਤਮ ਵਿਸ਼ਵਾਸ ਸਾਡੀ ਜਿੱਤ ਲਈ ਪਰਮਾਤਮਾ ਦਾ ਸੰਕੇਤ ਹੁੰਦਾ ਹੈ, ਜਿਸ ਨਾਲ ਪ੍ਰਾਪਤੀ ਨਿਸ਼ਚਿਤ ਹੈ। ਕਿਉਂਕਿ ਅਸੀਂ ਉਸ ਮੂਲ ਪੁਰਖ ਪਿਤਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਜੀ ਦੀ ਅੰਸ਼ ਹਾਂ, ਜੋ ਸਰਬ ਕਲਾ ਸਮਰੱਥ ਹੈ। ਫਰਮਾਨ ਹੈ, ਸਰਬ ਕਲਾ ਸੰਪੂਰਨ। ਤੇ ਅਸੀਂ ਆਪਣੇ ਉਸ ਪਰਮ ਪਿਤਾ ਪਰਮਾਤਮਾ ਤੇ ਯਕੀਨ ਕਰਦੇ ਹੋਏ ਖੁਦ ਤੇ ਯਕੀਨ ਕਰੀਏ ਤੇ ਹਰ ਸੰਸਾਰੀ ਤੇ ਰੂਹਾਨੀ ਜੰਗ ਨੂੰ ਜਿੱਤਣ ਦਾ ਜਜ਼ਬਾ ਰੱਖੀਏ। ਸਤਿ ਸ੍ਰੀ ਅਕਾਲ।